ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਿਲਾ ਪਹਿਲਾ। ਨਾਨਕ ਕਿਸਨੂੰ ਬਾਬਾ ਰੋਈਐ, ਬਾਜੀ ਹੈ ਇਹ ਸੰਸਾਰ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਨਾਨਕ ਕਿਸਨੂੰ ਬਾਬਾ ਰੋਈਐ, ਬਾਜੀ ਹੈ ਇਹ ਸੰਸਾਰੋ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀਆ ਸੋ ਜਾਣੈ। ਆਪੇ ਵੇਖੈ ਆਪੇ ਬੁਝੈ, ਆਪੇ ਹੁਕਮ ਪਛਾਣੈ। ਜਿਨ ਕਿਛ ਕੀਆ ਸੋਈ ਜਾਣੈ, ਤਾ ਕਾ ਰੂਪ ਅਪਾਰੋ। ਨਾਨਕ ਕਿਸਨੂੰ ਬਾਬਾ ਰੋਈਐ, ਬਾਜੀ ਹੈ ਇਹ ਸੰਸਾਰੋ। ਜਿਨ ਕਿਛ ਕੀਆ ਸੋਈ ਜਾਣੈ, ਤਾ ਕਾ ਰੂਪ ਅਪਾਰੋ। ਨਾਨਕ ਕਿਸਨੂੰ ਬਾਬਾ ਰੋਈਐ, ਬਾਜੀ ਹੈ ਇਹ ਸੰਸਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨਾ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹੇ ਸਾਡੇ ਵਾਸਤੇ, ਖਾਸ ਕਰਕੇ ਸਥਾਨਕ ਸੰਗਤ
ਜੋ ਇਸ ਦਰਬਾਰ ਵਿਖੇ ਨਿਤਾ ਪ੍ਰਤੀ ਪਹੁੰਚਦੇ ਨੇ ਔਰ ਜਿਨ੍ਹਾਂ ਨੇ ਅੱਜ ਵੀ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਤੇ ਦੇਰ ਰਾਤਰੀ ਤੱਕ ਜਿਨ੍ਹਾਂ ਨੇ ਇੱਥੇ ਆਉਣਾ ਹੈ, ਉਹਨਾਂ ਸਾਰਿਆਂ ਲਈ ਇੱਕ ਸਾਂਝਾ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ। ਅੱਜ ਵਿਸ਼ਵਾਸ ਵੱਧ ਜੇ ਸਾਨੂੰ ਸਾਰਿਆਂ ਨੂੰ ਕਿ ਜਿਸ ਸੱਚੇ ਸਾਹਿਬ ਦੇ ਦਰ 'ਤੇ ਅਸੀਂ ਆਣ ਬੈਠੇ ਹਾਂ, ਇਹਦਾ ਜੋ ਸਰੂਪ ਹੈ ਉਹ ਇੱਛਾ ਪੂਰਕ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ। ਇਹਨਾਂ ਦਾ ਜੋ ਪਾਵਨ ਸਰੂਪ ਹੈ ਨਾ, ਉਹ ਰੂਪ ਰੰਗ ਚੱਕਰ ਚਿਹਨ ਵਾਲਾ ਨਹੀਂ ਹੈ। ਗੁਰੂ ਸਾਹਿਬ ਦਾ ਜੋ ਸਰੂਪ ਹੈ ਇੱਛਾ ਪੂਰਕ ਹੈ। ਸਾਡੇ ਮਨ ਦੇ ਵਿੱਚ ਜੋ ਇੱਛਾਵਾਂ ਹੁੰਦੀਆਂ ਨੇ, ਉਹਨਾਂ ਦੀ ਆਪੂਰਤੀ ਲਈ ਤੇ ਅਸੀਂ ਇੱਥੇ ਆਣ ਬੈਠੇ ਹਾਂ। ਉਹ ਅਲੱਗ ਬਾਤ ਹੈ ਕਿ ਸਾਡੀਆਂ ਇੱਛਾਵਾਂ ਦਾ ਲੈਵਲ ਅਲੱਗ-ਅਲੱਗ ਹੈ। ਜੋ ਪਰਿਵਾਰ ਮੰਡਲ 'ਚ ਜੇ ਜ਼ਰੂਰਤਮੰਦ ਨੇ, ਉਹਨਾਂ ਦੀ ਇੱਛਾਵਾਂ ਪਰਿਵਾਰਿਕ ਨੇ। ਕਿਸੇ ਦੀਆਂ ਥੋੜ੍ਹੀਆਂ ਬਹੁਤੀਆਂ ਜੋ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਬੈਠਾ ਹੈ, ਉਹਦੀਆਂ ਇੱਛਾ ਕੁਝ ਸਮਾਜਿਕ ਹੋਣਗੀਆਂ, ਕੁਝ ਮਾਨਸਿਕ ਹੋ ਸਕਦੀਆਂ ਨੇ, ਕਿਸੇ ਦੀਆਂ ਰਾਜਨੀਤਿਕ ਵੀ ਹੋਣਗੀਆਂ, ਕਿਸੇ ਦੀਆਂ ਰੂਹਾਨੀ ਵੀ ਹੋਣਗੀਆਂ। ਇਹ ਤਾਂ ਸਾਡੇ ਆਪੋ ਆਪਣੇ ਨਾ। ਕੋਈ ਇੱਥੇ ਬੈਠਾ ਮੰਗਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ 'ਚ ਜੋੜ ਲਿਓ, ਘਰ ਪਰਿਵਾਰ ਤੁਸਾਂ ਦਿੱਤਾ ਹੈ, ਸੁੱਖ ਹੈ, ਆਪਣੇ ਚਰਨਾਂ 'ਚ ਜੋੜ ਲਓ। ਕੋਈ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਕੋਈ ਅਹੁਦਾ ਦੇ ਦਿਓ, ਕੋਈ ਕਹਿੰਦਾ ਜੀ ਭਾਈ ਸੱਚੇ ਪਾਤਸ਼ਾਹ ਵਪਾਰ 'ਚ ਕਾਰ ਵਿਹਾਰ 'ਚ ਤਰੱਕੀ ਮਿਲ ਜਾਏ, ਧਨ ਮਿਲ ਜਾਏ। ਕੋਈ ਕਹਿੰਦਾ ਪਰਿਵਾਰ ਦੇ ਜੀ ਜੰਤ ਸੁਖੀ ਵਸਣ, ਬਾਲ ਬੱਚਿਆਂ 'ਚ ਦੁੱਖ ਹੈ, ਕੋਈ ਪਰੇਸ਼ਾਨੀ ਹੈ। ਉਹ ਅਲੱਗ-ਅਲੱਗ ਬਾਤਾਂ ਨੇ ਸਾਡੀਆਂ, ਪਰ ਸਾਰੀਆਂ ਅਲੱਗ-ਅਲੱਗ ਬਾਤਾਂ ਗੱਲਾਂ ਹੋਣ ਦੇ ਬਾਵਜੂਦ ਵੀ ਸਾਡਾ ਕੇਂਦਰ ਇੱਕ ਹੈ। ਸਾਨੂੰ ਇਹ ਪਤਾ ਹੈ ਕਿ ਸਾਰੀਆਂ ਅਰਦਾਸਾਂ ਲੋੜਾਂ ਅਸਾਂ ਆਪਣੇ ਸੱਚੇ ਸਾਹਿਬ ਦੇ ਚਰਨਾਂ 'ਚ ਰੱਖਣੀਆਂ ਨੇ। ਇਹ ਗੱਲ ਸਾਡੇ ਹਿਰਦੇ 'ਚ ਟਿਕ ਜਾਏ। ਜਦੋਂ ਇਹਨਾਂ ਨੂੰ ਦ੍ਰਿੜਤਾ ਦੇ ਨਾਲ ਪਕੜਾਂਗੇ ਵੀ ਸਾਰੀਆਂ ਹਰ ਪ੍ਰਕਾਰ ਦੀ ਸਾਡੀ ਇੱਛਾ, ਹਰ ਪ੍ਰਕਾਰ ਦੀ ਜ਼ਰੂਰਤ ਸਾਚੇ ਸਾਹਿਬ ਦੇ ਦਰ ਤੋਂ ਹੀ ਹੋਣੀ ਹੈ, ਤੇ ਸਾਰਿਆਂ ਤੋਂ ਫਿਰ ਵੱਡੀ ਅਤੇ ਸਾਡੇ ਸਾਰਿਆਂ ਦੀ ਇੱਕ ਇੱਛਾ ਹੈ ਜਿਸ ਦਾ ਸੰਤਾਂ ਭਗਤਾਂ ਨੂੰ ਤੇ ਅਨੁਭਵ ਹੋ ਜਾਂਦਾ ਹੈ। ਗਿਆਨੀ ਉਹਦੇ ਬਾਰੇ ਥੋੜ੍ਹਾ ਬਹੁਤਾ ਜਾਣ ਲੈਂਦੇ ਨੇ, ਗਿਆਨ ਰੱਖ ਲੈਂਦੇ ਨੇ, ਅਤੇ ਬਾਕੀ ਜੋ ਅਸੀਂ ਪਹਿਲੇ ਦੂਜੇ ਦਰਜੇ ਦੇ ਲੋਕ ਨੇ, ਸਾਨੂੰ ਉਹਦੇ ਬਾਰੇ ਸਮਝ ਨਹੀਂ ਆਉਂਦੀ। ਅਸੀਂ ਬਸ ਜਦੋਂ ਸਾਡੇ 'ਚੋਂ ਕੋਈ ਚਲਾਣਾ ਕਰ ਜਾਏ ਤਾਂ ਫਿਰ ਘੜੀ ਕੁ ਰੋਕ ਲਿਆ, 2-4 ਦਿਨ ਰੋਹ ਲਿਆ, ਆਪਣੇ ਲੋੜਾਂ ਮੁਤਾਬਕ ਪਰੇਸ਼ਾਨ ਹੋ ਗਏ, ਫਿਰ ਉਹਨਾਂ ਹੀ ਕਾਰ ਵਿਹਾਰਾਂ ਦੇ ਵਿੱਚ, ਉਹਨਾਂ ਹੀ ਘਰ ਪਰਿਵਾਰ ਸੰਸਾਰ ਦੇ ਰੁਝੇਵਿਆਂ 'ਚ ਫਿਰ ਰੁੱਝ ਗਏ। ਸਾਨੂੰ ਕਦੇ ਕਦੇ ਅਹਿਸਾਸ ਹੁੰਦਾ ਹੈ, ਲੇਕਿਨ ਉਦੋਂ ਜਦੋਂ ਸਾਡੇ ਨੇੜੇ ਦੇ ਜੀਆਂ 'ਚੋਂ ਕੋਈ ਚਲਾਣਾ ਕਰ ਜਾਂਦਾ ਹੈ, ਅਸੀਂ ਕੁਝ ਘੜੀਆਂ ਅਤੇ ਕੁਝ ਸਮਿਆਂ ਅਤੇ ਕੁਝ ਦਿਨ ਗੱਲਾਂ ਕਰਦੇ ਲੈ ਵੀ ਆਖਰ ਦੁਨੀਆ 'ਤੇ ਇੱਦਾਂ ਹੀ ਆ, ਸਭ ਦਾ ਅੰਤ ਹੋਈ ਹੈ, ਪਰ ਫਿਰ ਭੁੱਲ ਜਾਈਦਾ ਹੈ, ਰੋਣ ਪਿੱਟਣ ਲੱਗ ਪਈਦਾ ਹੈ। ਇਹੀ ਅੱਜ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਭਾਈ ਇਸ ਗੱਲ ਨੂੰ ਸਮਝੋ। ਅਲਾਹਣੀਆਂ ਦੇ ਰੂਪ ਵਿੱਚ ਸਾਨੂੰ ਪਿਛਲੇ ਦਿਨਾਂ ਤੋਂ ਮੱਤ ਮਿਲ ਰਹੀ ਹੈ ਕਿ ਜੀਵਨ ਜੋ ਪ੍ਰਾਪਤ ਹੋਇਆ ਤੁਹਾਨੂੰ, ਇਹਦਾ ਅੰਤ ਹੋਣਾ ਸੁਭਾਵਿਕ ਹੈ। ਜਿਹੜਾ ਵੀ ਫੁੱਲ ਖਿੜਿਆ ਉਹਦਾ ਮੁਰਝਾ ਜਾਣਾ ਸੁਭਾਵਿਕ ਹੈ। ਬਹੁਤ ਐਗਜ਼ਾਮਪਲ ਸਾਡੇ ਫਿਲਾਸਫੀ 'ਚ ਇਸ ਤਰ੍ਹਾਂ ਦਿੱਤੇ ਜਾਂਦੇ ਨੇ ਵੀ ਜੋ ਦੀਵਾ ਜਗਿਆ ਉਹਨੇ ਬੁੱਝ ਜਾਣਾ, ਸੂਰਜ ਚੜ੍ਹਿਆ ਅਤੇ ਉਹਨੇ ਡੁੱਬ ਜਾਣਾ, ਜਿਹੜੀ ਵੀ ਨਦੀ ਦਰਿਆ ਪਹਾੜ ਤੋਂ ਚੱਲੀ ਹੈ ਆਖਰ ਸਮੁੰਦਰ 'ਚ ਮਿਲ ਕੇ ਸਮਾ ਜਾਏਗੀ। ਬਹੁਤ ਸਾਰੇ ਐਗਜ਼ਾਮਪਲ ਇਸ ਤਰ੍ਹਾਂ ਦਿੱਤੇ ਜਾਂਦੇ ਨੇ। ਸਾਨੂੰ ਦੱਸਿਆ ਗਿਆ ਜੋ ਉਪਜਿਓ ਸੋ ਬਿਨਸ ਹੈ। ਉਪਜਿਓ ਦਾ ਮਤਲਬ ਹੈ ਉਹਦਾ ਵਿਕਾਸ ਹੋ ਰਿਹਾ, ਉਹਦਾ ਕੋਈ ਕਿਸੇ ਪ੍ਰਕਾਰ ਦਾ ਆਕਾਰ ਦੀ ਰਚਨਾ ਰਚੀ ਜਾ ਰਹੀ ਹੈ, ਪਰ ਭਾਈ ਇੱਕ ਦਿਨ ਉਹਨੇ ਬਿਨਸ ਜਾਣਾ ਹੈ, ਭਾਵੇਂ ਉਹ ਕਿਤਨੀ ਵੱਡੀ ਸ਼ੈ ਕਿਉਂ ਨਾ ਹੋਵੇ। ਇਸ ਕਰਕੇ ਮਹਾਰਾਜ ਕਹਿਣ ਲੱਗੇ ਜਦੋਂ ਤੁਹਾਡੇ ਆਲੇ ਦੁਆਲੇ ਕੋਈ ਇਹੋ ਜਿਹੀ ਘਟਨਾ ਵਾਪਰੇ ਅਤੇ ਫਿਰ ਬਹੁਤਾ ਰੋਇਆ ਨਾ ਕਰੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਕੀ ਹੈ। ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਤੇ ਜਾਣਿਆ, ਪਰ ਮੌਤ ਦਾ ਨਾਂ ਲੈਂਦੇ ਡਰਦੇ ਆ, ਮੌਤ ਬਾਰੇ ਜਾਣਨ ਤੋਂ ਡਰਦੇ ਆ। ਕਿਤੇ ਕੋਈ 2-4 ਸਿਆਣੇ ਲੋਕ ਬਹਿ ਕੇ ਮੌਤ ਦੇ ਬਾਰੇ ਚਰਚਾ ਕਰਦੇ ਹੋਣ ਤਾਂ ਲੋਕ ਲੈ ਇਹਨਾਂ ਨੂੰ ਤਾਂ ਹੋਰ ਕੋਈ ਗੱਲ ਹੀ ਨਹੀਂ ਆਉਂਦੀ,
पर सच है कि जिंदगी का आखिरी सच मौत है। तो अजिही गल कहते हैं बाबा गुरु नानक पातशाह साहब जी कहते, नानक किसनों बाबा रोईए, किसनों रोगे? पता क्यों? बाजी है, जीवन एक बाजी है। सानू ये पता हो कि बचपन च खेडे हाँ, बाजियां नाल खेडदे सी, किस दे सिर ते बाजी है, कौन जितेगा कौन हारेगा। जीवन तो खेड है ना, आपने जानक खेल बनाया, जीवन एक खेड है। तो खेड च बाजी मिलती है, बाजी उतर जाती है, थोड़े समय बाद बाजी दूजे सिर ते आ जाती, वो खेडन लग पैंदा। शायद ये गल होर गहरा समझना होवे, जीवन बाजी है तो खेड बाजी वांग चलदा है। असां छेवें पातशाह साहब जी के घर परिवार विच बाबा अटल जी दीयां गाथावां नूं सुणे ते पढ़िया ना। बाल अवस्था दे विच ने, अपने संगियां साथियां नाल खेडदे ने। जिस बच्चे दे सिर ते कल खेडण दी बाजी संध्या दे वेले सिर चढ़ जाती है, वो अज बाजी पूरी नहीं कर पाता, घर चला जाता है। समय के मुताबिक वो श्वास प्राण मुक जाते हैं, निसत हो जाता है। साड़ी शब्दावली वरती तो राती मौत हो जाती है। सवेरे बच्चे खेडन जाते हैं तो सबनों पता लगता जी वो जिहदे कल सिर ते बाजी चीज़ सी, उसका नाम मोहन है, वो नहीं आया। बाबा अटल कहते इदा किदां हो सकता साड़ी बाजी दित्तियां बिना चला जाए। जाके दुनिया कहती मृत्यु चों उठा के ले आए। असीं दा दूजे पासियों तो विश्लेषण नहीं करते कि करामात की है तो करामात क्यों है। बस एक गल समझिए, जीवन एक खेड है तो खेड दे विच बाजियां ने, वो अलग अलग लैवलों ते ने। बचपन दीयां बाजियां सानूं उस वक्त समझ आउंदी है, हुण साडे चेते चों बहुता कुछ विसर चुका है। पर महाराज इसे गलों बार बार कहते हैं, जीवन एक खेड है, समझ लियो। तो खेड का मतलब हुंदा है शुरू होना, बिना किसी दुश्मनी तो, बिना किसी झमेले तो कुछ समा खेडना। उहदे च हार जित भी हुंदी है, बस उस हार जित नूं किसी वखरी इज्जत प्रतिष्ठा दे नाल नहीं जोड़िया जाता। बई खेड है, खेड विच एक ने ते जितना ही होया, इन्ना कह के परां हट जीदा। अजकल एक शब्द बन गया खेड भावना, भी खेड भावना दे नाल खेडो, खेडो पूरा तन ला के, पर जितना तो एक नहीं है ना, ये और सच है। पर आ जिस बाजी विच सानू पाया गया है ना, ये दुनिया दी बाजियां दे नाल थोड़ा जिहा फर्क है। ये फर्क ये कि उत्थे ते एक नहीं जितना है। मान लो 100 एथलीट दौड़ते ने तो टॉप ते एक आएगा ना, जितेगा तो एक ही। पर इत्थे ते मज़ा यह है कि सारे जित सकते हैं। बस यही खेड वखरा है। साडे खेड का यही रहस्य वखरा है कि असीं जितने जी हाँ, सारियां दे लई ये संभावना खुली पई है कि असीं जीवन की बाजी जित सकते हैं। तो जीवन की बाजी जित गए तो जीवन के चक्कर तो मुक्त हो जावांगे। तो जीवन के चक्कर तो मुक्त हो गए तो फिर उस मंडल च प्रवेश कर जावांगे जिथे आउणा ते जाना नहीं हुंदा, जिथे समाई हुंदी है, जिथे आनंद हुंदा है। जिहदियां अरदासां असीं अपने मित्रां दे, अपने संबंधियां दे चलाने तो बाद विच करदे, सच्चे पातशाह इन्हां नूं मेल लैणा। आपां ये गल्लां करदे ना, सच्चे पातशाह इस जी दा, उस व्यक्ति का खास नाम लैंदे आ ते खास नाम लैके कहने, हे महाराज इस जी नूं अपने चरणों विच सदैव काल वास्ते मिला लेना, क्योंकि ये जीवन की यात्रा मुका के आया है। पर सच सानू वही नहीं पता हुंदा कि पता नहीं उहदे तो जीवन की यात्रा मुक्की है या राह विच ही भांडा पुट गया है। तो जीवन की यात्रा मुकावांगे तां मुक्त होवांगे, ये सानू करना पैना। पर इस गल नूं अज समझ लईए, ये बाजी है, ये खेड है, और इस खेड दे विच जिहड़ा भी आया है उसने संसार की यात्रा पूरा करदियां करदियां जदों समा पूरा हो गया उन्हें छड्ड के तुर जाना है। बहुत सारियां ऐसियां गल्लां सानू दार्शनिक मंडलों दे विच पढ़ाइयां समझाइयां ते सिखाइयां जांदियां ने कि जे कोई अपने किसी की मौत के समय ते रो रहा होवे ते उसनूं किवें कहा जांदा है
कदे कोई गाथा महात्मा बुद्ध के नाँ ते कही जाती है, कदे कोई गाथा कृष्ण के नाँ ते सुनाई जाती है, कदे किसे दे ते कदे किसे दे। उन्हां सारियां गाथावां चों इक्को गाथा निकलदी है ने कि भाई ऐसा कोई घर नहीं जिस घर विच मौत ना होई होवे। ये गल ते पक्की है ना, घर घर एहो पाहुचा सदड़े नित पवन। ऐसा साडा कोई घर नहीं जिस विच कदे कोई मौत ना होई होवे। ऐसा लभना मुश्किल है ही नहीं। इसे करके गुरु पातशाह साहब जी ने अपना जो परिवारक जीवन साडे नाल जीविया है, जिसनों असीं कहने कि महाराज ने श्री ननकाना साहब तो लैके हजूर साहब तक दी लमेरियां यात्रावां कीतियां ने, जो लगभग 250 साल का समा गुरु जोत के रूप च साडे नाल हंडाया है। उहदे विच ये सारियां गल्लां नूं अपने तन ते हंडा के दस्सिया कि भाई समय समय ते जीवन का जो मुखी किसी व्यक्ति मंडल की गल करिए, वो बचपन चो भी कई बार मापियां का साह सिर तो उठ जाता है। कई बार तुसीं आप मापे के रूप च होंदे हो तो तुहाडी गोदी विच खिड़दे बालक संसार तो अलोप हो जाते हैं। कई बार उन्होंने इन्हां सारे चक्रां च हंडना पैंदा है। कदे भैणां भरा छड्ड के तुर जाते हैं। अज जीवन के अध पंध विचों कोई साथ छड्ड के जा सकता है, क्योंकि हर एक दे जीवन का एक समा नियत है, तो नियत समय के उत्ते उसने चले जाना है। सियाणे मनते नहीं मृत्यु दे। अज असीं कदे कदे पढ़ते ना, मरण लिखाए मंडल मह आए। सियाणे मनते ने कि मौत के करता पुरख ने 3 कारक साडे नाल तोर दिते होंदे ने, ते जदों 3 कारक चलदे चलदे वो 3 नुकते किते इकट्ठे हो जाते ने, बस उदों ही साडे शरीर तो प्राण अलहदा हो जाते ने, प्राण मुक जाते ने, आत्मा शरीर नूं छड्ड दिंदी है। जैंज समझिए शरीर प्राण ते आत्मा चलते रहिंदे ने, एक मुकाम आंदा है जिथे जाके प्राण मुक जाते ने। प्राण नूं दार्शनिक समझाते ने, जिवें असीं बैटरी चार्ज कीती है ना अपने अपने फोन डिवाइस की, हर एक ने भाई सवेरे उठ के फुल चार्ज बैटरी कर ली, किन्ने कु घंटे कट जाएगा? 2 4 6 8, बस इस तो वध कितनी जान लगा ना। कोई बहुत सांभ संभाल के वरतेगा तो थोड़ा बहुता होर खिंच लेगा, बस इन्ना कुछ हो सकता है। जदों तक साडे अंदर ये प्राण रूपी बैटरी चार्ज है, उदों तक चलते रहांगे। इन्हां नूं असीं चूँकि दुनियावी तकनीकां ने, इन्हां दुनियावी तकनीकां नूं असीं थोड़ा बहुता अपने विਉਂਤ दे नाल घटा ते वधा सकते हैं। भी बहुती वरतों कर ली तो छेती मुक जाएगा, वरतों घट कीती तो शायद घंटा आधा घंटा 1.5 घंटा होर खिंच लवांगे। पर साडे नाल चलदा होया है समा, उसनूं तो असीं खिंच नहीं सकते ना। वो तो अटल है ना, समा तो उत्थे ही बस उन्हें जाके रुक जाना है। समय दे नाल प्राण मुक जाने ने, जदों प्राण मुक जाने ने समा पुग जाना है तो आत्मा ने शरीर का साथ छड्ड देना। दार्शनिक इस नूं कहिंदे हुंदे ने समा स्थान ते कारण। किसी भी स्थान ते जो साडे लई नियत है, सरजमीन चल के किते नहीं आउणा हुंदा, असां ने ही चल के उत्थे जाना हुंदा। साडे लई वो जगह नियत है, और किस तरह जावांगे सानू नहीं पता, किस विध नाल सानू उत्थे लैके जाया जाएगा सानू ये नहीं पता। पर सानू उत्थे पहुँचना है जिथे पहुँच के साडे आत्मा ने शरीर तो अलग होना है। इसे करके कईयों नूं वेखीदा है बड़े बड़े दूर तक उन्होंने यात्रावां मिल जांदियां ने, तुरे नहीं जाते। कारण तीसरा हुंदा है समा स्थान ते कारण। तीसरी वजह कारण बन गए, मान लो एक्सीडेंट हो गया, अजे समा नहीं पुगया, स्थान नहीं मिलिया, परिवार के जी ते डॉक्टर बेचारे खुशी फिरते ने, एक हस्पताल तो दूजे, दूजे तो तीजे, इस शहर लै जाओ जी, वड्डे हस्पताल लै जाओ जी, उत्थे लै जाओ जी। पता लगा शहर बदल गया, स्टेट बदल गई, बस पहुँचदियाँ ही काम मुक गया, क्योंकि जी जगह उसकी आ गई, कारण बन चुका सी, समा आ गया, समय देना स्थान मिल गया, संसार तो लग। इस करके बाबा कहते ने खेड है, पर एक चेता रखिए ये खेड इन्नी सौखी नहीं है।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਬੜਾ ਪਿਆਰਾ ਜਿਹਾ ਬਚਨ ਹੈ, ਆਪਨੇ ਪੜ੍ਹਿਆ ਹੋਣਾ, ਹੈ ਤੇ ਖੇਡ ਹੀ ਕਰਤੇ ਦੀ ਬਣਾਈ ਹੈ। ਪਰ ਇਹ ਖੇਡ ਇੰਨੀ ਸੌਖੀ ਨਹੀਂ ਜੇ ਜਨ ਨਾਨਕ, ਇਹ ਖੇਲ ਕਠਨ ਹੈ। ਇਹ ਖੇਡ ਔਖੀ ਜ਼ਰੂਰ ਜੇ, ਔਖੀ ਇਸ ਕਰਕੇ ਕਿਉਂਕਿ ਇਹਦੇ 'ਚ ਬੜਾ ਹਰ ਕਦਮ ਫੂਕ ਫੂਕ ਕੇ ਰੱਖਣਾ ਪਏਗਾ। ਹਰ ਕਦਮ 'ਤੇ ਤਿਲਕਣਬਾਜ਼ੀ ਹੈ, ਪਤਾ ਨਹੀਂ ਕਦੋਂ ਅਸੀਂ ਤਿਲਕ ਜਾਵਾਂਗੇ, ਕਿੱਥੇ ਮੁਕਾਮ 'ਤੇ ਪਹੁੰਚੇ ਸਾਡਾ ਮਨ ਚਿੱਤ ਡੋਲ ਜਾਏਗਾ। ਕਈ ਵਾਰ ਵੇਖਿਆ ਵਿਅਕਤੀਆਂ ਦੇ ਉਮਰ ਭਰ ਦੇ ਕੀਤੇ ਸੰਜਮ ਕਿਸੇ ਆਖਰੀ ਪੜਾਅ 'ਤੇ ਆ ਕੇ ਡੁੱਲ ਜਾਂਦੇ ਨੇ। ਉਮਰ ਭਰ ਦੇ ਕੀਤੇ ਹੋਏ ਵਾਅਦੇ ਕਿਸੇ ਆਖਰੀ ਮੁਕਾਮ 'ਤੇ ਟੁੱਟ ਜਾਂਦੇ ਨੇ। ਬਸ ਇਸੇ ਕਰਕੇ ਬੜਾ ਪਿਆਰਾ ਬਚਨ ਹੈ, ਅਜਹੁ ਸੋ ਨਾਉ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ। ਇਸ ਕਰਕੇ ਦਾਵਾ ਨਾ ਕਰਿਆ ਕਰੇ ਕਿ ਮੈਂ ਬੜਾ ਧਰਮੀ ਹੋ ਗਿਆ ਜੀ, ਦਾਵਾ ਨਾ ਕਰੀਏ ਮੈਂ ਬਹੁਤ ਕੁਝ ਖੱਟ ਲਿਆ, ਨਹੀਂ, ਪਤਾ ਨਹੀਂ ਆਉਣ ਵਾਲੇ ਸਵਾਸ ਵਿੱਚ ਸਾਡਾ ਕੀ ਬੀਤਣਾ ਹੈ। ਪਰ ਇਹ ਹੈ ਤੇ ਖੇਡ ਹੀ ਨਾ, ਪਰ ਚੇਤਨ ਸਾਨੂੰ ਖਿਡਾ ਰਿਹਾ ਕੋਈ, ਅਸੀਂ ਨੇ ਆਪਣੇ ਖੇਡ ਨਹੀਂ ਰਹੇ, ਸਾਨੂੰ ਕੋਈ ਖਿਡਾ ਰਿਹਾ ਹੈ। ਇਸ ਖੇਡ ਨੂੰ ਸਮਝਾਉਣ ਵਾਸਤੇ ਬਹੁਤ ਥਾਵਾਂ 'ਤੇ ਮਹਾਰਾਜ ਨੇ ਸ਼ਤਰੰਜ ਦਾ, ਚੌਸਰ ਦਾ ਜ਼ਿਕਰ ਕੀਤਾ ਕਿ ਜਿਵੇਂ ਸ਼ਤਰੰਜ ਖੇਡਦਾ ਕੋਈ ਹੈ ਅਤੇ ਖਿਡਾ ਰਿਹਾ ਕਿ ਉਹਨੂੰ ਲੱਕੜ ਦੀਆਂ ਟੁਕੜੀਆਂ ਨੂੰ, ਜਿਹਨੂੰ ਆਪਾਂ ਨਰਦਾਂ ਕਹਿ ਦਿੰਦੇ ਹਾਂ। ਵੇਖਣ ਨੂੰ ਨਰਦਾਂ ਦਾ ਖੇਲ ਹੈ, ਕਠਪੁਤਲੀਆਂ ਦਾ ਖੇਲ ਹੈ, ਪਰ ਖਿਡਾ ਤਾਂ ਕੋਈ ਹੋਰ ਹੀ ਰਿਹਾ ਨਾ। ਇਸੇ ਤਰ੍ਹਾਂ ਵੇਖਣ ਨੂੰ ਅਸੀਂ ਤੁਸੀਂ ਜਿੱਤਦੇ ਹਾਰਦੇ ਹਾਂ, ਵੇਖਣ ਨੂੰ ਅਸੀਂ ਤੁਸੀਂ ਅੱਗੇ ਅਤੇ ਪਿੱਛੇ ਜਾਂਦੇ ਹਾਂ। ਵੀ ਜਿਵੇਂ ਕਦੇ ਰਾਜੇ ਦੇ ਘੋੜੇ ਅੱਗੇ ਚਲੇ ਗਏ, ਕਦੇ ਹਾਥੀ ਅੱਗੇ ਚਲੇ ਗਏ, ਕਦੇ ਸੈਨਾਪਤੀ ਅੱਗੇ ਚਲਾ ਗਿਆ, ਇੱਕ ਪਿਆਦਾ ਆਉਂਦਾ ਉਹ ਸੈਨਾਪਤੀ ਨੂੰ ਮਾਰ ਗਿਆ, ਕਦੇ ਰਾਜਾ ਅਤੇ ਕਦੇ ਰਾਣੀ ਅੱਗੇ ਆ ਗਏ। ਪਰ ਪਤਾ ਖੇਡਣ ਵਾਲਾ ਅਤੇ ਪਿੱਛੇ ਆਰਾਮ ਨਾਲ ਬੈਠਾ ਹੋਇਆ, ਉਹੀ ਖਿਡਾ ਰਿਹਾ, ਸਾਨੂੰ ਖਿਡਾ ਰਿਹਾ, ਅਸੀਂ ਉਹਦੀ ਨਰਦਾ ਹਾਂ। ਮਹਾਰਾਜ ਨੇ ਸਿਕਰ ਬਾਜੀ ਹੈ ਪਿਆਰਿਓ, ਇਹ ਖੇਡ ਹੈ, ਇਸ ਕੇ ਰੋਇਆ ਨਾ ਕਰੋ, ਆਉਣਾ ਜਾਣਾ ਦੀ ਖੇਡ ਹੈ। ਠੀਕ ਹੈ, ਸਾਨੂੰ ਦੁੱਖ ਲੱਗਦਾ ਹੈ, ਮਨੁੱਖੀ ਮੰਡਲ ਹਾਂ, ਛੋਟੇ ਛੋਟੇ ਸਾਡੇ ਹਿਰਦੇ ਨੇ, ਜਦੋਂ ਸਾਡੇ ਆਪਣੇ ਸਰਕਲ 'ਚੋਂ ਕੋਈ ਵਿਛੜਦਾ ਤਾਂ ਦੁੱਖ ਲੱਗਦਾ ਹੈ। ਪਰ ਕੀ ਕਰੀਏ, ਸਾਡੇ ਹੱਥ ਵੱਸ ਵੀ ਤਾਂ ਕੁਝ ਨਹੀਂ ਨਾ, ਨਾ ਸਾਡੇ ਹੱਥ ਵਿੱਚ ਜਨਮ ਹੈ ਅਤੇ ਨਾ ਸਾਡੇ ਹੱਥ ਵਿੱਚ ਮੌਤ ਹੈ। ਜਨਮ ਮਰਨ ਹਮਰੇ ਵੱਸ ਨਾਹੀਂ, ਇਹ ਤਾਂ ਜੀਵਨ ਦੇ ਹੁਕਮ ਨੇ। ਫਿਰ ਕੀ ਕਰੀਏ ਬਾਬਾ, ਦੁੱਖ ਤਾਂ ਲੱਗਦਾ ਨਾ ਜਦੋਂ ਕੋਈ ਆਪਣਿਆਂ 'ਚੋਂ 10-20 ਸਾਲ ਜਿਹਦੇ ਨਾਲ ਰਹੇ ਹੋਈਏ, ਜਿਨ੍ਹਾਂ ਦੀ ਗੋਦ ਵਿੱਚ ਖੇਡ ਕੇ, ਜਿਨ੍ਹਾਂ ਦੀ ਉਂਗਲੀ ਫੜ ਕੇ ਤੁਰ ਕੇ ਤੁਰਨਾ ਸਿੱਖਿਆ, ਜਦੋਂ ਸਾਥ ਛੱਡ ਜਾਂਦੇ ਨੇ ਤਾਂ ਦੁੱਖ ਤਾਂ ਲੱਗਦਾ ਨਾ। ਜਿਨ੍ਹਾਂ ਨੂੰ ਪਾਲਿਆ ਹੁੰਦਾ, ਜਦੋਂ ਤੁਰ ਜਾਂਦੇ ਨੇ ਦੁੱਖ ਤਾਂ ਲੱਗਦਾ ਨਾ। ਬਾਬਾ ਕਹਿਣ ਲੱਗੇ ਫਿਰ ਇੰਝ ਕਰੋ, ਸਮਝੋ ਇਸ ਗੱਲ ਨੂੰ, ਨਾਨਕ ਕਿਸ ਨੂੰ ਬਾਬਾ ਰੋਈ ਹੈ, ਬਾਜੀ ਹੈ ਸੰਸਾਰੋ। ਪਰ ਭਾਈ ਤੁਸੀਂ ਕੀ ਕਰ ਸਕਦੇ ਹੋ, ਕੀਤਾ ਵੇਖੈ ਸਾਹਿਬ ਆਪਣਾ। ਬਈ ਸਾਡਾ ਤੁਹਾਡਾ ਕੀ ਜ਼ੋਰ ਹੈ, ਇੱਥੇ ਤੇ ਸੱਚਾ ਸਾਹਿਬ ਹੀ ਆਪਣੇ ਕੀਤੇ ਖੇਲ ਨੂੰ ਆਪ ਦੇਖ ਰਿਹਾ। ਅੱਜ ਜਿਵੇਂ ਖੇਡਾਂ ਖੇਡਦੇ ਨੇ, ਇੱਕ ਨਰਦਾ ਨੂੰ ਧਰ ਦਿੱਤਾ ਹੈ, ਹੁਣ ਆਪਣੀ ਚੌਪੜ ਵਿਛਾ ਕੇ ਖੇਡ ਦੇਖ ਰਹੇ ਹੋ। ਹੁਣ ਵਿਚਾਰੇ ਕਠਪੁਤਲੀ ਦੇ ਹੱਥ ਵਸ ਕੀ ਹੈ। ਬੜਾ ਪਿਆਰਾ ਬਚਨ ਅਸੀਂ ਪੜ੍ਹਿਆ ਹੈ, ਕਾਠ ਕੀ ਪੁੱਤਰੀ ਕਹਾਂ ਕਰੇ ਬਪੁਰੀ, ਖਿਲਾਵਨ ਹਾਰੋ ਜਾਨ ਹੈ। ਹੁਣ ਕਠਪੁਤਲੀ ਦੇ ਕੀ ਹੱਥ ਵਸ ਹੈ ਕਿ ਉਹਨੂੰ ਕੀ ਕਦੋਂ ਕਿਹੜਾ ਰੂਪ ਦੇ ਦੇਣਾ ਹੈ। ਪਰ ਸਾਡੇ ਵੱਸ ਕੁਛ ਨਹੀਂ, ਖਿਡਾਉਣਾ ਹਾਰਾ ਦੇਖ ਰਿਹਾ ਹੈ, ਉਹ ਆਪਣਾ ਖੇਡ ਸਾਜ ਕੇ ਆਪ ਦੇਖ ਰਿਹਾ ਹੈ। ਕਿਉਂਕਿ ਕਹਿਣ ਲੱਗੇ ਨਾ, ਕੀਤਾ ਵੇਖੈ, ਆਪਣੇ ਕੀਤੇ ਹੋਏ ਨੂੰ ਸਾਹਿਬ ਜੀ ਆਪ ਦੇਖ ਰਹੇ ਨੇ। ਕੀਤਾ ਵੇਖੈ ਸਾਹਿਬ ਆਪਣਾ, ਕੀਤਾ ਵੀ ਉਹਨੇ ਆਪ ਹੈ ਅਤੇ ਦੇਖ ਵੀ ਆਪ ਰਿਹਾ। ਬਸ ਅਸੀਂ ਕੁਝ ਬਦਲ ਨਹੀਂ ਸਕਦੇ। ਕੁਦਰਤ ਕਰੇ ਵਿਚਾਰੋ, ਅਤੇ ਕੁਦਰਤ ਜੋ ਉਸਨੇ ਸਾਜੀ ਹੈ ਨਾ, ਦੂਜੀ ਚੀਜ਼ ਜਿਹਨੂੰ ਅਸੀਂ ਆਸਾ ਕੀ ਵਾਰ 'ਚ ਕਹਿੰਦੇ ਪੜ੍ਹਦੇ ਹਾਂ, ਆਪੀ ਨੇ ਆਪ ਸਾਜਿਓ। ਉਹਨੇ ਆਪਣੇ ਆਪ ਤੋਂ ਆਪਣੇ ਆਪ ਨੂੰ ਸਾਜ ਲਿਓ। ਉਹਨੇ ਦੂਜੀ ਚੀਜ਼ ਸਾਜੀ, ਦੂਈ ਕੁਦਰਤ ਸਾਜੀ ਹੈ। ਉਹਨੇ ਆਪਣੇ ਆਪ ਤੋਂ ਦੋਇਮ ਅਗਰ ਕਿਸੇ ਚੀਜ਼ ਨੂੰ ਪੈਦਾ ਕੀਤਾ ਹੈ ਅਤੇ ਉਹ ਰਚਨਾ ਨੂੰ ਕੁਦਰਤ ਕਿਹਾ ਜਾਂਦਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਇਹ ਤਾਂ ਪਹਿਲਾ ਦਰਜਾ ਹੈ। ਦੂਜਾ ਦਰਜਾ ਹੈ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿਠੋ ਚਾਓ। ਦੂਜੀ ਨੂੰ ਕੁਦਰਤ ਸਾਜੀ ਹੈ, ਕੁਦਰਤ ਦੇ ਵਿੱਚ ਆਪ ਹੈ। ਅਤੇ ਇਸ ਕਰਕੇ ਸਾਡਾ ਸਾਰਿਆਂ ਦਾ ਜੋ ਵਿਚਾਰ ਹੈ ਉਹ ਕੁਦਰਤ ਵਿੱਚ ਹੈ। ਸਾਡੇ ਜਨਮ ਮੌਤ ਜੀਵਨ ਦੁੱਖ ਸੁੱਖ ਦੇ ਤਮਾਮ ਗੱਲਾਂ ਦਾ ਵਿਚਾਰ ਜਿਹੜਾ ਹੈ ਉਹ ਕੁਦਰਤ ਵਿੱਚ ਹੈ। ਬੇਸ਼ੱਕ ਅਸੀਂ ਉਸ ਨੂੰ ਪਕੜ ਨਹੀਂ ਪਾ ਰਹੇ,
क्योंकि साड़ी जो बुद्धि है इतनी तीक्ष्ण नहीं है किसी कुदरत के विचारां नूं, कुदरत के अंदर दे वरत रहे वलवलियां नूं पकड़ सकीए। कदे कदे कोई संत गुरमुख हुंदे ने जो कुदरत विच वरत रहे विचारां नूं, कुदरत दे विच वरत रहे संकल्पां नूं पकड़दे ने, पर हुंदा ते विचार है ना। साडे वास्ते हो ते रिहा ना सारा कुछ की होना है, किस नूं की मिलना, किस नूं की मिलना है, सब एक हुक्म है कुदरती। अपने आपां सरल शब्दां च भी सब कुछ कुदरती है। साडे सियाणिਆਂ ने दो प्रकार के शब्द बनाए ने, जो कुछ साडे आले दुआले वरतदा है ये तो कुदरती है। एक नूं कदे कदे असीं कहदे ने गैर कुदरती। देखो जी ये गैर कुदरती है, पर सच जानना जो गैर कुदरती है ना वो है कुदरत दे विच ही। भावें साडी समझ मात्र विच उस नूं गैर कुदरती शब्द दिता जाता है, पर गैर कुदरती हुंदा कुछ नहीं जे। अगे जाके पावन बचनां चों महले 9वें चों एक बचन पढ़िया जाता ना, इत्थे ऐसा कुछ भी नहीं है जो अनहोना हो सके। चिंता ताकि कीजिए जो अनहोनी होए, अनहोनी होए तां चिंता करो ना। इत्थे तो सब कुछ होनी विच है, अनहोना तो हुंदा ही कोई नहीं। असीं कहने आ ये अनहोनी है भी साडे नाल नहीं सी होनी चाहिए, पर सच है ये तो होनी इदां ही सी। दर्शन विच बड़ियां गाथावां पढ़ियां पढ़ाइयां ते सुनिया जांदियां ने कि भाई कुदरत विच बहुत कुछ ऐसा। एक दार्शनिक गाथा से कदे कदे फिलासफी पढ़ते होने आ, एक बहुत व्यक्ति विद्वान जो अपने शास्त्रां के मुताबिक, अपने गणित विद्या के मुताबिक ते रेखावां के मुताबिक माहर है। एक दिन किसी लमेरे सफ़र ते पैदल जा रहे है, उसनों अचानक किसी जो आप कदे कदे कोई वेव ने रुकिया, उसका ध्यान सज्जे खब्बे देखता कि इत्थे कुछ है। आप कहने कदे कदे कि ना मैनू कुछ एहसास हो रहा भी इत्थे कुछ है, दिसता कुछ नहीं। उन्हें सज्जे खब्बे देखा कि मनुख की खोपड़ी पई हुई है। सियाणा सी, उठाया मिट्टी मुट्टी झाड़ी, वो कुछ रेखावां दे एहसासां नूं अपनी ज्ञान अनुभव विद्या दे नाल पकड़न की कोशिश की। एक समझ आई कि अजे कुछ बाकी है, इसका कुछ होना बाकी है। बेशक व्यक्ति मर गया, सब कुछ हो गया है, पर इहदे नाल कदे कुछ होना बाकी है। हुण की होना बाकी है उसकी समझ ना आया। उसने दी मिट्टी मुट्टी झाड़ी झोले च पा के घर ले आया, क्योंकि पढ़िया लिखिया सियाणा बंदा सी। बच्चों के सामने परिवार के प्रगट नहीं करे भी खोपड़ी मनुख चुकी फिरदा। संभाल के काले दे विच रख के ताला लगा दिता। रोज़ सवेरे उठ के जो अपनी पूजा पाठ करे, पूजा पाठ करके उतों ताला खोल के देख लवे ठीक ठाक रखी हुई है, अपने कार विहार ते चला जाए। संध्या नूं जदों घर आवे तो फिर भी घरदियां चों चोरी आला खोल के देखे भी ठीक है कुछ होया तो नहीं। हौली हौली उस आदत तो लोग घर दे परेशान हो गए भी जदों जांदा है ताला ला के रखदा है, जान लगा देख के जांदा है, आउंदा है किसी का हाल चाल नहीं पुछता, पहला आला खोल के देखदा है आखिर विच रखिया की है। करदे जी परेशान हो गए सी आदत तो। एक दिन घरों बाहर गया, घर की सुआणी नूं ताला किसी तरीके नाल खोल लिया, देखिया मनुख की खोपड़ी रखी हुई है। घबराही भी जादू टोने तो नहीं करन लग पे, किते कोई जादू टोना कीता होवे, कोई मंत्र मंत्र साधना के चक्रां च पै गया होवे। फिर सोचा जे सिट दिता तो सियाणा ज्ञानी है, इसने अखां मीटणियां लभ लेना, सिट नहीं सकते। उसने सिल बट्टे तो उसनूं पीस दिता, पानी पा पा के पत्थर की शिला ते उस मनुख की खोपड़ी नूं, मनुख की हड्डी नूं पीस पीस के पानी च पा पा के नाली च बहा दिता। जदों सारी नाली च रुड़ गई, हाथ मूँह धो के बैठ के आराम नाल बैठी। शाम नूं आके जदों आला खोल के देखण लगा, हस के कहन लगी जी साले नूं खोल के देख रहा ना, आले च कुछ नहीं अज। हैरान होकर पुछण लगा कि तू देख लिया? कहन लगी हाँ मैनूं पता लग गया, जिस खोपड़ी नूं लभदा पिया ना वो खोपड़ी हुण है नहीं गी। कहन लगा किते सिट आई है? कहन लगी सिट के आउंदी ते तू चक लियाणी सी, क्योंकि तू तो ज्ञानी है। मैं जिथे भी सिट दी मेरी पहुँच तक तू पहुँच जाना सी, तू तो तलाश करके ले आनी सी। कहन लगे फिर क्या कीता ही? कहन लगी आ देख नाली च चिट्टे रंग का पानी ते पदार्थ है ना, उसनों पीस पीस के पानी ते बहा दिता है, पीस दिता है। कहन लगा यही तो बाकी सी, मैनू समझ नहीं सी आ रहा,
तेरे वर्गी सुआणी दे हथों पिसना बाकी सी उहदा। ये मैनू समझ नहीं सी, विध बनी है। मैं कुछ अंतर मंत्र नहीं करता, मैं कोई होर टूणा टाणा नहीं करता, पर पता नहीं क्यों मैनू खिच पै रही सी, इन्हूं चुक के ले चल। मैं खिच के चुक के लैके आया, घर लिया के लुका रखी, पर मैनू नहीं सी पता भी इसने तेरे हथों पिसना बाकी ਇਹਦਾ। तेरे हथ लगने सी, तेरे हथों यही बाकी सी। याद रखना, साडा सब दा कुछ ना कुछ संसार च तरह बाकी रह जाता है। जिन्हां दा बाकी रह जाता उन्होंने वापस तलबां पैंदियां ने, पुकारिया जाता तलबां। उसने आख्या बाकी जिन्हां रही। ये खेड है करते दा, इहदा हर कर्म का विचार है कुदरत दे विच। साडे हर कीते हुए कर्म का नतीजा है कुदरत दे विच, और नतीजे भुगतने ते मनने पैंदे ने। एक अवस्था है जिथे आके कर्म के नतीजों तो टप जाइदा, वो है शब्द के मंडल च पहुँच जाए। तन के मंडलों च रहिंदियां होइयां किसी की सुरत जदों शब्द मंडलों च प्रवेश कर जाती है, उदों काल के चक्र नूं तोड़ दईदा है। गुरुदेव किरपा करन, अज जिथे आपां बैठे हाँ सतसंगत के मुकाम ते, इत्थे इसे करके बैठीदा है कि महाराज कुछ समय ही सही सानू काल के चक्र चों तोड़ दिओ। सियाणे मनदे ने, अगर इत्थे बैठे हाँ असीं संसार की निंदा चुगली तो, अपनी जरूरतों ते मजबूरियां तो उच्चा उठ गए, शब्द सुनन लग पे, ते जितने कु पल साडे बिल्कुल न्यूट्रल शब्द सुनदियां, पढ़दियां, गाउंदियां गुजर जाणगे, वो समा साडा नहीं मरेगा, वो समा साडा अमर हो जाएगा, वो साडा समा अमृतधारी हो जाएगा। फिर असीं वो समा लैके जावांगे, सानू पुछणगे ना क्या तैं खटिया, ते दस पावांगे देखो आ इन्ना समा साडे कोल अमृत वर्गा समा है, साडा इन्ना समा बच गया है। महाराज कहन लगे तुसीं रोया पिटिया ना करो, समझिया करो, इत्थों हर एक ने चले जाना है, कोई ऐसा नहीं, भावें वड्डे तो वड्डा राजा राणा क्यों नहीं। महाराज कहंदे ना इत्थे संसार चों हर एक ने चले जाना है। तो जिन्होंने इस हुक्म की समझ आ गई फिर रोना छड़ देंदे ने। जिन्हें पछाता हुक्म तिन कदे न रोवना, क्योंकि पता लग जाता ज्यों ज्यों तेरा हुक्म तिवै तिव होवना। इत्थे होना भी वो है जो तेरे हुक्म च है, तो जिन्होंने हुक्म की समझ आ गई उनका रोना मुक जाता है, वो शुक्र कर लग पैंदे ने, वो सगों इत्थे पहुँच जाते हैं। ठीक है जी आया सी, अपना कुछ कर गया, खट गया, कमा गया, सुरखरू होके जावे। महाराज कहन लगे करता पुरख वाहिगुरू जी आप ही सानू सारिਆਂ ਨੂੰ देखते ने, आपे वेखा कीता वेखा साहिब अपना, कुदरत करे विचारो। फिर कहते कुदरत विचारे, कुदरत दे विच ये विचार हुंदी है। कौन विचार करता है जी? धारण धारे, जिस करता पुरख वाहिगुरू जी दी अगम कला दे सदके सारी कुदरत नूं धारण कीता होए। असीं मनदे आ ना सानू सारिਆਂ ਨੂੰ नाम दे सदके धारण कीता होए। असीं पढ़दे आ, आपने पाठ कीता होना ना, नाम के धारे सकले जंत, नाम के धारे खंड ब्रह्मंड। जे खंड ब्रह्मंड सगले नाम के धारे ने, धारे का मतलब आसरे ते ने, नाम दे सदके ने। असीं तुसीं जिउंदे हाँ, असीं तुसीं देखदे आ, सुणदे आ। चेता रखना आ देखण दी शक्ति, आ बोलण दी शक्ति, ये सुणन दी शक्ति आखिर सानू कित्थों प्राप्त हो रही है? कि आखांगे शरीर दे स्वस्थ होण करके। ते भाई जदों शरीर जो सी जो लोग मौत कहंदे ने, कई बार शरीर ते पूर्ण तरह उस तरह ही होंदा, उन्ना ही वजन, उन्ना ही अंग, सब कुछ बाकी है। लोग कहणगे श्वास नहीं आ रहे। असां वेखिआ अजकल मैडिकल साइंस विच आर्टिफिशियल श्वास दिते जा रहे हैं, पूरी फुल ऑक्सीजन सानू दिती जा सकती है, पर बावजूद असीं नहीं रहिंदे। लोग कहणगे देखो जिहदा हिरदा काम करना बंद कर गया, कहंदे हिरदा ट्रांसप्लांट कर देंगे, तमाम अंग असीं ट्रांसप्लांट कर देंगे, पर फिर भी मौत नूं नहीं रोक पावांगे। बहुत लोगों के बहुत सारे अंग बदले गए ने, पर की मौत रुक गई है? लोगों के अंग बदले जा सकते हैं, ऑक्सीजन दी जा सकती है, श्वास आर्टिफिशियल, आ वेंटीलेटर की है, सानू श्वास ही तो आर्टिफिशियल दिंदा है, पर मौत नूं नहीं रुक सकते। जैसा सबब हुंदा ते जिन्हां दे कोल साधन ने, जिन्हां दा सारा परिवार ही डॉक्टरां दा हुंदा है,
ਜਿਨ੍ਹਾਂ ਦੇ ਖੁਦ ਆਪਣੇ ਹਸਪੀਟਲ ਹੁੰਦੇ ਨੇ, ਫਿਰ ਉਹਨਾਂ ਦੀ ਮੌਤ ਹੀ ਨਾ ਹੁੰਦੀ। ਪਰ ਅਸੀਂ ਤਾਂ ਦੇਖਦੇ ਹਾਂ ਸਾਰਾ ਪਰਿਵਾਰ ਡਾਕਟਰਾਂ ਦਾ ਹੁੰਦਾ ਹੈ, ਹਸਪੀਟਲ ਆਪਣੇ ਹੁੰਦੇ ਨੇ, ਉਹਨਾਂ ਦੇ ਜੀਵਤ ਵਿੱਚ ਨਿਕਲ ਜਾਂਦੇ ਨੇ। ਕਾਰਨ ਫਿਰ ਲੱਭਦੇ ਰਹਿੰਦੇ ਨੇ, ਆਖਰ ਕੀ ਹੋਇਆ, ਆਹ ਹੋ ਗਿਆ। ਦਰਅਸਲ ਕੁਛ ਨਹੀਂ ਹੋਇਆ, ਹੁਕਮ ਵਰਤ ਗਿਆ, ਸਮਾਂ ਪੁੱਗ ਗਿਆ। ਅਧਿਆਤਮ ਦਰਸ਼ਨ 'ਚ ਇੱਕ ਗੱਲ ਕਹੀ ਜਾਂਦੀ ਹੈ, ਸਾਨੂੰ ਜਦੋਂ ਕਰਤਾ ਪੁਰਖ ਨੇ ਮਾਤਲੁਕ 'ਤੇ ਤੋਰਿਆ, ਜਿਹਨੂੰ ਅਸੀਂ ਜਨਮ ਕਲਾ ਕਹਿੰਦੇ ਹਾਂ, ਜਨਮ ਕਲਾ ਮੁਕੰਮਲ ਹੁੰਦੀ ਸਾਡੀ ਇੱਕ ਪ੍ਰਾਣਾਂ ਦੀ ਗੰਢ ਵੱਜੀ ਹੁੰਦੀ ਹੈ। ਸਮੇਂ ਦੇ ਮੁਤਾਬਕ ਉਹ ਗੰਢ ਆਪਣੇ ਆਪ ਖੁੱਲ੍ਹ ਜਾਂਦੀ ਹੈ। ਅਤੇ ਕਹਿੰਦੇ ਨੇ ਜਦੋਂ ਪ੍ਰਾਣਾਂ ਦੀ ਉਹ ਗੰਢ ਖੁੱਲ੍ਹ ਜਾਂਦੀ ਹੈ ਨਾ, ਉਸ ਤੋਂ ਬਾਅਦ ਬਸ ਵੱਧ ਤੋਂ ਵੱਧ ਅੱਧੀ ਘੜੀ, ਬਸ ਪ੍ਰਾਣਾਂ ਦੀ ਗੰਢ ਖੁੱਲ੍ਹਣ ਤੋਂ ਬਾਅਦ ਵਿੱਚ ਵੱਧ ਤੋਂ ਵੱਧ ਕੋਈ ਅੱਧੀ ਘੜੀ ਰਹਿ ਸਕਦਾ ਹੈ। ਉਸ ਤੋਂ ਬਾਅਦ ਕੋਈ ਦੁਨੀਆ ਦੀ ਤਾਕਤ ਉਸ ਨੂੰ ਜੇ ਸਿੱਖੇ ਕਰਕੇ ਬਚਨ ਆਦ ਘਰੇ ਕੋ ਰਹਿਣ ਨਾ ਪਾਵੈ। ਕੋਈ ਉਹ ਪ੍ਰਾਣਾਂ ਦੀ ਗੰਢ ਖੁੱਲ੍ਹਣ ਤੋਂ ਬਾਅਦ ਅੱਧੀ ਘੜੀ ਵੀ ਜੀਵਨ, ਅਤੇ ਅੱਧੀ ਘੜੀ ਦਾ ਮਤਲਬ ਹੁੰਦਾ 10-12 ਮਿੰਟ, ਬਸ ਵੱਧ ਤੋਂ ਵੱਧ 10-12 ਮਿੰਟ ਮਿਲਦੇ ਨੇ। ਸਿਆਣੇ ਅਨੁਭਵੀ ਡਾਕਟਰ ਸਮਝ ਜਾਂਦੇ ਨੇ ਇਹਨਾਂ ਦੀ ਪ੍ਰਾਣਾਂ ਦੀ ਗੰਢ ਖੁੱਲ੍ਹ ਗਈ ਹੈ। ਕਈ ਵਾਰ ਡਾਕਟਰਾਂ ਦੇ ਨਾਲ ਸਾਂਝ ਪੈਣ 'ਤੇ ਪਤਾ ਲੱਗੇ, ਡਾਕਟਰ ਕਹਿੰਦੇ ਭਾਈ ਬਸ 5-10 ਮਿੰਟ ਨੇ, ਅਗਰ ਕਿਸੇ ਮਿਲਣਾ ਤਾਂ ਮਿਲ ਲਓ। ਐਸੇ ਜਾਤੀ ਤਜਰਬੇ ਹਸਪਤਾਲ 'ਚ ਰਹਿੰਦਿਆਂ ਦੇਖੇ ਨੇ। ਸਿਆਣੇ ਅਨੁਭਵੀ ਡਾਕਟਰ ਦੱਸ ਦਿੰਦੇ ਨੇ ਭਾਈ ਬਸ 5-10 ਮਿੰਟ ਬਾਕੀ ਨੇ, ਅਗਰ ਚੇਤਨਾ ਇਹਦੇ ਕੋਲ ਹੈ ਤਾਂ ਗੱਲ ਕਰ ਲਓ, ਨਹੀਂ ਤਾਂ ਆ ਕੇ ਦਰਸ਼ਨ ਕਰ ਲਓ, ਬਸ ਇਸ ਤੋਂ ਬਾਅਦ ਖਤਮ। ਕਿਉਂਕਿ ਮਹਾਰਾਜ ਦਾ ਬਚਨ ਹੈ, ਆਜ ਕਾਲ ਖੁੱਲ੍ਹੈ ਤੇਰੀ ਗਾਂਠ ਠੁੱਲੀ। ਅੱਜ ਜਾਂ ਕੱਲ੍ਹ ਤੇਰੀ ਗੰਢ ਖੁੱਲ੍ਹ ਗਈ ਅਤੇ ਬਸ ਫਿਰ ਕੋਈ ਰੱਖ ਸਕਦਾ। ਗੁਰਦੇਵ ਕਿਰਪਾ ਕਰਨ ਸਾਨੂੰ ਸਮਝ ਆ ਜਾਏ। ਮਹਾਰਾਜ ਕਹਿਣ ਲੱਗੇ ਜਦੋਂ ਸਮਝ ਆ ਜਾਂਦੀ ਹੈ ਅਤੇ ਫਿਰ ਰੋਣਾ ਮੁੱਕ ਜਾਂਦਾ, ਫਿਰ ਸਮਝ ਆ ਜਾਂਦੀ ਹੁਕਮ ਹੈ ਆਪ ਨ ਜਾਣ ਖੇਲ ਹੈ, ਫਿਰ ਕਿਉਂ ਰੋ ਰਹੇ ਅਸੀਂ। ਬਸ ਕਰੀਏ ਸ਼ੁਕਰਾਨਾ ਸੱਚੇ ਪਾਤਸ਼ਾਹ, ਇਸ ਜੀ ਨੂੰ ਜਿਤਨਾ ਸਮਾਂ ਤੁਸਾਂ ਦਿੱਤਾ ਸੀ, ਇਸ ਦੀ ਕੀਤੀਆਂ ਮਾਫ ਕਰ ਦਿਓ, ਇਹ ਤੋਂ ਭੁੱਲਾਂ ਚੁੱਕਾਂ ਹੋਈਆਂ ਹੋਣ ਖਿਮਾ ਕਰ ਦਿਓ। ਕਹਿਣ ਲੱਗੇ ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀਆ ਸੋ ਜਾਣੈ। ਜਿਨ ਨੇ ਸਾਰੀ ਰਚਨਾ ਰਚੀ ਹੈ, ਅਤੇ ਸਾਨੂੰ ਪਤਾ ਸਾਰੀ ਰਚਨਾ ਕਿਵੇਂ ਰਚੀ ਹੈ, ਕਰਤਾ ਪੁਰਖ ਨੇ। ਦੁਨਿਆਵੀ ਤੌਰ 'ਤੇ ਅਸੀਂ ਦੇਖਦੇ ਹਾਂ, ਅਸੀਂ ਆਪਣਾ ਆਲੇ ਦੁਆਲੇ ਦੀ ਰਚਨਾ ਆਪ ਰਚਦੇ ਹਾਂ, ਆਪਣਾ ਤਾਣਾ ਬਾਣਾ ਆਪ ਬੁਣਦੇ ਹਾਂ, ਆਪਣੇ ਚੰਗੇ ਮੰਦੇ ਖਿਆਲਾਂ ਦੇ ਧਾਰਨੀ ਹੋ ਜਾਂਦੇ ਹਾਂ। ਕਿਹਦੇ ਨਾਲ ਅਸੀਂ ਬਣਾ ਕੇ ਰੱਖਣੀ ਆ, ਕਿਹਦੇ ਨਾਲ ਅਸੀਂ ਵਿਗਾੜ ਲੈਣੀ ਆ, ਇਹਦੇ ਜ਼ਿੰਮੇਦਾਰ ਸਾਨੂੰ ਥਾਪਿਆ ਅਤੇ ਸਾਜਿਆ ਜਾਂਦਾ। ਅੱਜ ਪਰਿਵਾਰ ਦੇ ਵਿੱਚ ਹਰ ਇੱਕ ਜੀ ਦੇ ਉੱਤੇ ਜ਼ਿੰਮੇਦਾਰੀ ਲਾਈ ਜਾਂਦੀ ਪਈ, ਤੂੰ ਕਿਹਦੇ ਨਾਲ ਬਣਾ ਕੇ ਰੱਖ, ਕਿਸੇ ਦੇ ਨਾਲ ਨਹੀਂ ਸੰਬੰਧ ਕਰਨਾ, ਕਿਸੇ ਨੂੰ ਟੁੱਟ ਜਾਏ, ਕਿਸੇ ਤੋਂ ਵਿਗੜ ਜਾਏ। ਅਸੀਂ ਬੰਦੇ ਨੂੰ ਉਹਦਾ ਇਲਜ਼ਾਮ ਦੇਣੇ ਆ, ਤੇਰੇ ਸਦਕੇ ਆ ਨੁਕਸਾਨ ਹੋਇਆ। ਪਰ ਚੇਤਾ ਰੱਖਣਾ, ਜਿਵੇਂ ਇੱਥੇ ਆਪਣੇ ਛੋਟੇ ਜਿਹੇ ਪਰਿਵਾਰ ਦੀ ਸਾਡੇ ਇੱਕ ਛੋਟੀ ਜਿਹੀ ਦੁਨੀਆ ਹੁੰਦੀ ਹੈ, ਉਹਦੇ ਇਲਜ਼ਾਮ ਅਤੇ ਉਹਦੇ ਇਨਾਮ ਮਨੁੱਖ ਨੂੰ ਮਿਲਦੇ ਨੇ। ਅਤੇ ਚੇਤਾ ਰੱਖਣਾ, ਬਹੁਤ ਵੱਡੀ ਦੁਨੀਆ, ਆ ਸਾਰਾ ਬ੍ਰਹਮੰਡੀ ਪਸਾਰਾ ਵੀ ਤੇ ਕਿਸ ਦਾ ਪਸਾਰਿਆ ਹੋਇਆ ਨਾ, ਕਿਹਦੇ ਨਾਲ ਕਿਹਦੀ ਬਣਾ ਕੇ ਰੱਖਣੀ ਹੈ, ਕਿਹਦੇ ਨਾਲ ਕਿਹਨੂੰ ਜੋੜ ਕੇ ਰੱਖਣਾ। ਜਿਵੇਂ ਅਸੀਂ ਪਰਿਵਾਰ ਦੇ ਮੁਖੀ ਨੂੰ ਕਹਿ ਦਿੰਦੇ ਹਾਂ ਵੀ ਤੂੰ ਸਹੀ ਫੈਸਲੇ ਨਹੀਂ ਕੀਤੇ, ਅਤੇ ਘਰ ਦੇ ਫੈਸਲਿਆਂ ਅਤੇ ਪਰਿਵਾਰਾਂ ਦੇ ਜੀਆਂ ਦੇ ਵੱਖੋ ਵੱਖਰੇ ਅਸੀਂ ਜ਼ਿੰਮੇਦਾਰੀਆਂ ਥਾਪਦੇ ਹਾਂ। ਅਤੇ ਤਰਨਾ ਕਰਤਾ ਪੁਰਖ ਦੇ ਬ੍ਰਹਮੰਡੀ ਪਸਾਰੇ ਵਿੱਚ ਵੀ ਸਾਰੇ ਜ਼ਿੰਮੇਦਾਰ ਇੱਕ ਵੱਖੋ ਵੱਖਰੇ ਨਹੀਂ ਜੇ, ਇੱਕੇ ਨਾਮ 'ਤੇ ਜੇ। ਉਹਦੇ ਹੁਕਮ ਦੇ ਨਾਲ ਹੀ ਜੋੜ ਵਿਛੋੜਾ ਹੁੰਦਾ ਹੈ, ਉਹਦੇ ਹੁਕਮ ਦੇ ਵਿੱਚ ਹੀ ਜਨਮ ਅਤੇ ਮੌਤ ਹੁੰਦੀ ਹੈ, ਉਸੇ ਦੇ ਹੁਕਮ ਦੀ ਸਾਡਾ ਆਉਣਾ ਅਤੇ ਜਾਣਾ ਹੁੰਦਾ। ਆ ਦੇਸ਼ ਪ੍ਰਦੇਸ਼ ਅਸੀਂ ਨੱਠੇ ਫਿਰਦੇ ਹਾਂ, ਕਿ ਕਿਸ ਦਾ ਚਿੱਤ ਕਰਦਾ ਹੈ ਆਪਣੇ ਘਰ ਦੇ ਸੁੱਖ ਸੁਵਿਧਾਵਾਂ ਛੱਡ ਕੇ ਦੇਸ਼ ਪ੍ਰਦੇਸ਼ ਹਜ਼ਾਰਾਂ ਮੀਲ ਦੂਰ ਜਾ ਕੇ ਬੈਠੇ ਹੋ। ਕਿਤੇ ਆਪਣੇ ਆਲੇ ਦੁਆਲੇ ਨੂੰ ਸਮਝ ਕੇ ਦੇਖੀਏ, ਚੰਗੇ ਭਰੇ ਘਰਾਂ 'ਚ ਪਲਦੇ ਜੀ ਠੰਡੀਆਂ ਬਰਫਾਂ ਜਾ ਕੇ ਬੈਠੇ ਨੇ, ਕੁਝ ਗਰਮ ਮੁਲਕਾਂ 'ਚ ਬਜਾ ਕੇ ਬੈਠੇ ਨੇ, ਕੁਝ ਬਲਦੇ ਵਰਦੇ ਮੀਂਹਾਂ ਦੇ ਵਿੱਚ ਬੈਠੇ ਨੇ। ਪੁੱਛ ਵੀ ਤੁਹਾਡਾ ਸ਼ੌਕ ਸੀ ਇੱਥੇ ਆਉਣ ਦਾ? ਕਹੇਗਾ ਕਿਰਤ ਸੀ। ਕੀ ਕਰੀਏ ਬਾਬਾ, ਕਿਰਤ ਦੇ ਸਦਕੇ ਆਏ ਹਾਂ। ਅੱਜ ਪਹਾੜਾਂ 'ਚ ਠੰਡੀਆਂ ਬਰਫਾਂ ਠੰਡੇ ਮੁਲਕਾਂ 'ਚ ਨੱਠੇ ਜਾ ਰਹੇ ਨੇ, ਤਪਦੀਆਂ ਲੋਆਂ ਅਤੇ ਗਰਮੀਆਂ 'ਚ ਲੋਕ ਦੇਸ਼ਾਂ ਪ੍ਰਦੇਸ਼ਾਂ ਜਾ ਕੀ ਭਾਈ ਤੁਹਾਡਾ ਚਿੱਤ ਨਹੀਂ ਕਰਦਾ ਘਰ ਜਾਣ ਨੂੰ? ਫਿਰ ਰੋਣ ਲੱਗ ਪੈਂਦੇ ਨੇ। ਵਿਦੇਸ਼ਾਂ ਜਾ ਕੇ ਦੇਖਿਆ, ਘਰਾਂ ਤੋਂ ਵਿਛੜੇ ਹੋਏ ਜੀ, ਅਸੀਂ ਕਹਿੰਦੇ ਬਾਹਰ ਬੜੇ ਸੌਖੇ ਨੇ, ਕਿਤੇ ਉਹਦੇ ਦੁੱਖ ਦੀ ਰਗ 'ਤੇ ਹੱਥ ਰੱਖ ਕੇ ਦੱਸੀਏ, ਪੁੱਛੀਏ ਵੀ ਤੇਰਾ ਚਿੱਤ ਨਹੀਂ ਕਰਦਾ ਆਪਣੇ ਪਰਿਵਾਰ 'ਚ ਹੱਸੇ ਖੇਡੇ? ਤੇਰਾ ਚਿੱਤ ਨਹੀਂ ਕਰਦਾ ਆਪਣੇ ਮਾਪਿਆਂ ਕੋਲ, ਆਪਣੇ ਬੱਚਿਆਂ ਕੋਲ ਬੈਠ ਕੇ
ਤੂੰ ਵੀ ਸੰਧਿਆ ਸ਼ਾਮ ਨੂੰ ਸੁੱਖ ਦੁੱਖ ਦੀਆਂ ਗੱਲਾਂ ਸਾਂਝੀਆਂ ਕਰੇ। ਫਿਰ ਗੱਚ ਭਰ ਜਾਂਦੇ ਨੇ ਸਿਆਣੇ ਦੇ, ਕਹਿੰਦੇ ਕੀ ਕਰੀਏ, ਕਿਰਤ ਹੈ, ਮਜਬੂਰੀਆਂ ਨੇ, ਮਜਬੂਰੀਆਂ ਦੇ ਬੱਧੇ ਹੋਏ ਆ। ਸ਼ਾਇਦ ਆਪ ਨੂੰ ਇੱਕ ਬਚਨ ਚੇਤੇ ਆ ਜਾਏ, ਦੇਸ਼ਾਂ ਵਿਦੇਸ਼ਾਂ ਜਿਹੜੇ ਤੁਰੇ ਫਿਰਦੇ ਲੋਕ ਨਾ, ਅਤੇ ਅੱਜ ਦੇਖੇ ਨੇ ਪਾਵਨ ਬਾਣੀ ਚੁੱਕ ਬਚਨ ਪਿਆਰਾ ਪੜ੍ਹਨਾ, ਕਿੱਥੇ ਚੱਲੇ ਹੋ, ਦੇਸ਼ ਪ੍ਰਦੇਸ਼ ਚੱਲੇ, ਕਿਉਂ ਚੱਲੇ ਹੋ? ਤੇ ਮਹਾਰਾਜ ਜੀ ਕਹਿੰਦੇ ਕਿਰਤ ਕੇ ਬਾਂਧੇ ਚੱਲੇ ਨੇ। ਦੇਸ਼ ਛੋੜ ਪਰਦੇਸੇ ਧਾਇਆ, ਇੱਕ ਜ਼ਿਕਰ ਸੀ ਪੜ੍ਹਦੇ ਨਾ, ਅਸੀਂ ਉਹਦਾ ਇੱਕ ਹੀ ਐਂਗਲ ਤੋਂ ਵਿਆਖਿਆ ਕਰਦੇ ਹਾਂ ਕਿ ਪੰਚ ਚੰਡਾਲ ਨਾਲੇ ਲੈ ਆਇਆ, ਲੇਕਿਨ ਦੂਜੇ ਪਾਸੇ ਜਾ ਕੇ ਦੇ ਹੋਰ ਅਗਲੇਰੇ ਸ਼ਬਦਾਂ ਜਾ ਕੇ ਦੇਖੀਏ, ਮਹਾਰਾਜ ਕਹਿਣ ਲੱਗੇ ਤੂੰ ਇੰਨੀ ਦੂਰ ਕਿੱਦਾਂ ਆ ਗਿਆ? ਕਹਿਣ ਲੱਗਾ ਜੀ ਪਰਦੇਸ ਤੇ ਸਫ਼ਰ ਕਰਕੇ ਆਇਆ, ਪਰਦੇਸ ਝਾਗ ਸੌਦੇ ਕੋ ਆਇਆ। ਇੰਨੀ ਦੂਰ ਪਰਦੇਸ ਤੇ ਸਫ਼ਰ ਝਾਗ ਕੇ ਆਇਆ ਤੇ ਸਫ਼ਰ ਦੀਆਂ ਕਠਿਨਾਈਆਂ ਮੁੱਲ ਲੈ ਕੇ ਆਇਆ। ਕਿਉਂ ਆਇਆ? ਕਹਿਣ ਲੱਗਾ ਸੌਦੇ ਕੋ ਆਇਆ। ਬਾਬਾ ਉੱਥੇ ਸਾਜੋ ਸਮਾਨ ਮਹਿੰਗਾ ਮਿਲਦਾ ਈ, ਕਮਾਈ ਘੱਟ ਹੁੰਦੀ ਓ, ਮਹਿੰਗਾ ਮਿਲਦਾ ਈ। ਇੱਥੇ ਇਸ ਕਰਕੇ ਆਇਆ ਕਿ ਥੋੜ੍ਹਾ ਕੰਮ ਕਰਕੇ ਕਮਾਈ ਜ਼ਿਆਦਾ ਹੋ ਜਾਂਦੀ ਓ ਅਤੇ ਸੌਦਾ ਸਸਤਾ ਮਿਲ ਜਾਂਦਾ ਈ ਅਤੇ ਪਰਿਵਾਰ ਦਾ ਟੱਬਰ ਦਾ ਗੁਜ਼ਾਰਾ ਸੁਖੈਨ ਹੋ ਜਾਂਦਾ ਈ। ਪਰਦੇਸ ਝਾਗ ਸੌਦੇ ਕੋ ਆਇਆ। ਸੌਦਾ ਕੀ ਦੇਖੇ? ਕਿਉਂਕਿ ਵਸਤੂ ਅਨੂਪ ਸੁਣੀ ਲਾਭ ਆਇਆ। ਸੁਣਿਆ ਇੱਥੇ ਚੰਗੀਆਂ ਚੀਜ਼ਾਂ ਮਿਲਦੀਆਂ ਨੇ, ਸੁਣਿਆ ਇੱਥੇ ਵਸਤੂਆਂ ਸੋਹਣੀਆਂ ਨੇ, ਚੰਗੀਆਂ ਨੇ, ਇਸ ਲਾਲਚ ਕਰਕੇ ਆ ਕੇ। ਯਾਦ ਰੱਖਣਾ, ਇਹ ਗੁਰਬਾਣੀ ਦੇ ਬਹੁ ਆਯਾਮੀ ਮੰਡਲ ਨੇ, ਗੁਰਬਾਣੀ ਦੇ ਬਹੁਤ ਲੇਅਰ ਨੇ। ਅਸੀਂ ਜਿਸ ਵੀ ਮੁਕਾਮ 'ਤੇ ਜਾ ਕੇ ਦੇਖਾਂਗੇ, ਸਾਨੂੰ ਸਾਡੀ ਗੱਲ ਉੱਥੋਂ ਨਜ਼ਰ ਆਏਗੀ। ਸਾਡੀ ਆਪਣੀ ਗੱਲ ਸਾਡੇ ਬਾਬਾ ਕਰਦੇ ਨੇ, ਕਹਿਣ ਲੱਗੇ ਭਾਈ ਇਹ ਤੇ ਕੁਦਰਤੀ ਵਿਚਾਰ, ਜਿਨ ਕੀਤੀ ਸੋ ਜਾਣਦਾ ਹੈ, ਜਿਨ ਕੀਆ ਸੋ ਜਾਣਾ ਹੈ। ਇਹ ਤੇ ਰਚਨਾ ਨੂੰ ਪਤਾ ਨਾ ਤੈਨੂੰ ਕਿੱਥੇ ਭੇਜ ਦੇਣਾ। ਅਸੀਂ ਪੜ੍ਹ ਲੈਨੇ ਆ ਨਾ, ਅਸੀਂ ਥਾਂ ਪਰ ਥਾਂ ਚੱਲਦੇ ਹਾਂ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਇਸ ਕਰਕੇ ਰੋਣਾ ਛੱਡ, ਆਉਣਾ ਜਾਣਾ ਹੁਕਮ ਹੈ। ਆਪੇ ਵੇਖੈ ਆਪੇ ਬੁੱਝੈ, ਉਹ ਆਪ ਵੇਖਦਾ ਏ, ਉਹਨੂੰ ਆਪ ਪਤਾ ਹੈ ਕਿਸ ਜੀ ਨੂੰ ਮੈਂ ਕਿੱਥੇ ਭੇਜ ਦੇਣਾ, ਕਿਸ ਜੀ ਨੂੰ ਕਦੋਂ ਤੱਕ ਪਰਿਵਾਰ ਵਿੱਚ ਰੱਖਣਾ ਹੈ, ਕਦੋਂ ਪਰਿਵਾਰ ਤੋਂ ਵਿਛੋੜ ਕੇ ਦੂਰ ਕਿਤੇ ਐਸੇ ਥਾਂ 'ਤੇ ਰੱਖ ਦੇਣਾ ਜਿੱਥੇ ਪਰਿਵਾਰ ਤਲਾਸ਼ਦਾ ਰਹੇ। ਇਹ ਜਿਉਂਦਾ ਵੀ ਰਹੇਗਾ ਪਰ ਪਰਿਵਾਰ ਨਹੀਂ ਮਿਲੇਗਾ, ਕਿਉਂਕਿ ਜਾਣਦਾ ਹੈ ਆਪੇ ਹੁਕਮ ਪਛਾਣੈ, ਹੁਕਮ ਦੀ ਪਹਿਚਾਣ ਵੀ ਉਸਨੂੰ। ਇਸੇ ਕਰਕੇ ਸਾਨੂੰ ਕਹਿੰਦੇ ਨੇ ਉਸ ਵਾਹਿਗੁਰੂ ਜੀ ਦੇ ਆਪੇ ਦੇ ਨਾਲ ਜੁੜ, ਆਪਣੇ ਅੰਦਰ ਦੇ ਆਪੇ ਨੂੰ ਪਹਿਚਾਣ, ਫਿਰ ਤੈਨੂੰ ਥੋੜ੍ਹੀ ਸਮਝ ਆ ਜਾਏਗੀ ਕਿ ਕਰਤੇ ਦੀ ਕੁਦਰਤ ਅਤੇ ਕਰਤੇ ਦੀ ਕਲਾ ਕਿਵੇਂ ਕੰਮ ਕਰਦੀ ਹੈ। ਮਹਾਰਾਜ ਫਿਰ ਕਹਿੰਦੇ ਜਿਨ ਕਿਛ ਕੀਆ ਸੋਈ ਜਾਣੈ। ਭਾਈ ਇੱਥੇ ਹੋਰ ਕੋਈ ਨਹੀਂ ਜੇ ਜਾਣਦਾ, ਜਿਸ ਕਰਤਾ ਪੁਰਖ ਨੇ ਆ ਜੋ ਕੁਛ ਕੀਤਾ ਹੈ ਨਾ ਉਹੀ ਜਾਣਦਾ ਹੈ। ਅੱਗੇ ਜਾ ਕੇ ਇੱਕ ਬਚਨ ਰਾਮਕਲੀ ਰਾਗ 'ਚ ਮਿਲੇਗਾ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਜਾਂ ਤੇ ਕਰਤਾ ਜਾਣਦਾ ਜੇ ਜਾਂ ਗੁਰੂ ਜਾਣਦਾ, ਬਾਕੀ ਅਸੀਂ ਤੁਸੀਂ ਕੁਛ ਨਹੀਂ ਜਾਣਦੇ। ਕਹਿਣ ਲੱਗੇ ਤਾਂ ਕਾ ਰੂਪ ਅਪਾਰੋ, ਨਾਨਕ ਕਿਸ ਨੂੰ ਬਾਬਾ ਰੋਈਐ। ਪਾਤਸ਼ਾਹ ਕਹਿਣ ਲੱਗੇ ਕਿਸ ਨੂੰ ਰੋਂਦੇ ਹੋ? ਜਿਹੜਾ ਚਲਾ ਗਿਆ ਉਸ ਨੂੰ ਰੋਂਦੇ ਹੋ? ਚਲੇ ਤੇ ਤੂੰ ਵੀ ਜਾਣਾ ਹੈ, ਜਿੱਥੇ ਉਹ ਚਲਾ ਗਿਆ। ਹਮ ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਕਹਿਣ ਲੱਗੇ ਬਾਜੀ ਹੈ ਇਹ ਸੰਸਾਰੋ, ਇਹ ਜੀਵਨ ਇੱਕ ਖੇਡ ਹੈ ਅਤੇ ਭਾਈ ਨੂੰ ਖੇਡ ਜਿਵੇਂ ਮਾਲਕ ਖਿਡਾ ਰਿਹਾ ਹੈ ਉਸੇ ਤਰ੍ਹਾਂ ਖੇਡੀ ਚੱਲ। ਇਤਨੇ ਕੁ ਬਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।